ਅੱਜ ਅਸੀਂ ਇਸ ਚੈਪਟਰ ਦਾ ਨੈਕਸਟ ਟੌਪਿਕ ਲੀਗਲ ਇਸ਼ੂਜ਼ ਇਨਵੋਲਵਡ ਇਨ ਈ-ਕਾਮਰਸ ਲੈਣ ਜਾ ਰਹੇ ਹਾਂ ਕਿ ਕਿਹੜੇ ਇਹੋ ਜਿਹੇ ਲੀਗਲ ਇਸ਼ੂਜ਼ ਨੇ ਜਿਹੜੇ ਕਿ ਈ-ਕਾਮਰਸ ਬਿਜ਼ਨਸ ਵਾਸਤੇ ਸਾਡੇ ਸਾਹਮਣੇ ਆਉਂਦੇ ਆ, ਕਿਹੜੇ ਉਹ ਲੀਗਲ ਇਸ਼ੂਜ਼ ਇਨਵੋਲਵਡ ਨੇ। ਜਿਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਆਨਲਾਈਨ ਕੰਟਰੈਕਟਸ। ਸਭ ਤੋਂ ਪਹਿਲਾਂ ਮੈਂ ਕੰਟਰੈਕਟ ਨੂੰ ਡਿਸਕ੍ਰਾਈਬ ਕਰਦਾ। ਕੰਟਰੈਕਟ ਕੀ ਹੈ? ਕੰਟਰੈਕਟ ਇਸ ਤਰ੍ਹਾਂ ਦਾ ਐਗਰੀਮੈਂਟ ਹੈ ਜਿਹੜਾ ਕਿ ਦੋ ਜਾਂ ਦੋ ਤੋਂ ਵੱਧ ਪਰਸਨਸ ਦੇ ਵਿੱਚ ਜਿਹੜਾ ਕੀਤਾ ਜਾ ਰਿਹਾ, ਜਿਹਦਾ ਕਰਕੇ ਉਹ ਇੱਕ ਦੂਸਰੇ ਦੇ ਨਾਲ ਜੁੜੇ ਆ, ਬਾਉਂਡ ਆ ਕਿ ਉਹਨਾਂ 'ਤੇ ਕੁਛ ਰੈਸਟ੍ਰਿਕਸ਼ਨਸ, ਕੁਛ ਰਾਈਟਸ ਹੋਣਗੇ ਉਹਨਾਂ ਦੇ, ਉਹ ਸਾਰੇ ਦੇ ਸਾਰੇ ਉਹਨਾਂ ਨੂੰ ਫੋਲੋ ਕਰਨੇ ਪੈਂਦੇ ਆ ਜੋ ਕਿ ਐਗਰੀਮੈਂਟ ਦੇ ਵਿੱਚ ਉਹਨਾਂ ਨੇ ਲਿਖੇ ਹੋਣ। ਈ ਕਾਮਰਸ ਤੇ IT ਐਕਟ ਜਿਹੜੀ ਆ ਉਹ ਕਾਫੀ ਸਾਰੀ ਫੈਸਿਲਿਟੀਜ਼ ਜਿਹੜੀ ਆ ਉਹ ਪ੍ਰੋਵਾਈਡ ਕਰ ਰਹੀ ਆ ਆਨਲਾਈਨ ਹੀ, ਕਿ ਆਨਲਾਈਨ ਕਿਵੇਂ ਕੰਟਰੈਕਟ ਕੀਤੇ ਜਾਣ, ਕਿਉਂਕਿ ਅੱਜ ਕੱਲ੍ਹ ਜਿੰਨੇ ਵੀ ਕੰਟਰੈਕਟਸ ਉਹ ਕੀਤੇ ਜਾ ਰਹੇ ਆ ਉਹ ਸਾਰੇ ਦੇ ਸਾਰੇ ਆਨਲਾਈਨ ਹੀ ਕੀਤੇ ਜਾ ਰਹੇ ਜ਼ਿਆਦਾਤਰ। ਤੇ ਇਲੈਕਟ੍ਰੋਨਿਕ ਡਾਕੂਮੈਂਟਸ ਨੂੰ ਇੱਕ ਵੈਲਿਡ ਐਵੀਡੈਂਸ ਦੇ ਤੌਰ 'ਤੇ ਕੋਰਟ ਦੇ ਵਿੱਚ ਜਿਹੜਾ ਅਸੀਂ ਪ੍ਰੈਜ਼ੈਂਟ ਵੀ ਕਰ ਸਕਦੇ ਹਾਂ। ਸੋ ਇਹ ਵੀ ਇੱਕ ਲੀਗਲ ਇਸ਼ੂ ਜਿਹੜਾ ਉਹ ਹੋ ਸਕਦਾ। ਦੂਸਰਾ ਲੀਗਲ ਇਸ਼ੂ ਰਿਲੇਟਡ ਆ ਡਿਜੀਟਲ ਸਿਗਨੇਚਰ ਦੇ ਨਾਲ। ਡਿਜੀਟਲ ਸਿਗਨੇਚਰ ਜਿਹੜਾ ਹੈ ਉਹ ਸੈਂਡਰ ਨੂੰ ਤੇ ਰਿਸੀਵਰ ਨੂੰ ਦੋਨਾਂ ਨੂੰ ਔਥੈਂਟੀਕੇਟ ਕਰਨ ਦੇ ਕੰਮ ਆਉਂਦਾ ਹੈ। ਜਿਵੇਂ ਕਿ ਅਸੀਂ ਆਪਣੇ ਸਾਈਨ ਕਰਦੇ ਹਾਂ ਜਾਂ ਕਿਤੇ ਥੰਬ ਪ੍ਰਿੰਟ ਦਿੰਦੇ ਹਾਂ, ਸੇਮ ਉਸੇ ਤਰੀਕੇ ਨਾਲ ਡਿਜੀਟਲ ਸਿਗਨੇਚਰ ਵੀ ਮੰਨਿਆ ਜਾਂਦਾ ਹੈ। ਯਾਨੀ ਜੋ ਵੀ ਚੀਜ਼ ਜਿਹੜੀ ਆ ਡਿਜੀਟਲ ਸਿਗਨੇਚਰ ਦੇ ਥਰੂ ਜਿਹੜੀ ਆ ਕੀਤੀ ਜਾ ਰਹੀ ਆ, ਇਹਦਾ ਮਤਲਬ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਸੈਂਡਰ ਆ ਇਹ ਇਨਫੋਰਮੇਸ਼ਨ ਸੈਂਡਰ ਦੇ ਦੁਆਰਾ ਹੀ ਭੇਜੀ ਜਾ ਰਹੀ ਆ। ਇਸ ਕਰਕੇ ਇਹ ਵੀ ਲੀਗਲ ਇਸ਼ੂ ਜਿਹੜੇ ਆ ਉਹ ਕ੍ਰੀਏਟ ਹੋ ਸਕਦੇ ਆ ਕਿ ਜੇਕਰ ਕਿਸੇ ਡਿਜੀਟਲ ਸਿਗਨੇਚਰ ਨੂੰ ਕਿਸੇ ਗਲਤ ਤਰੀਕੇ ਦੇ ਨਾਲ ਯੂਜ਼ ਕੀਤਾ ਜਾਵੇ। ਤੀਸਰਾ ਇਹਦੇ ਵਿੱਚ ਲੀਗਲ ਇਸ਼ੂ ਟ੍ਰੇਡਮਾਰਕ ਇਸ਼ੂ ਹੈ। ਟ੍ਰੇਡਮਾਰਕ ਕੀ ਹੈ ਕਿ ਸਰਟਨ ਲੇਬਲ ਜਾਂ ਸਿੰਬਲ ਆ, ਯਾਨੀ ਕੋਈ ਲੇਬਲ ਹੋਵੇ ਜਾਂ ਕੋਈ ਸਿੰਬਲ ਹੋਵੇ ਜਿਹੜਾ ਕਿ ਕੋਈ ਕੰਪਨੀ ਜਿਹੜੇ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰਨ ਦੇ ਲਈ ਯੂਜ਼ ਕਰਦੀ ਆ। ਜੇਕਰ ਕੋਈ ਟ੍ਰੇਡਮਾਰਕ ਜਿਹੜਾ ਇੱਕ ਵਾਰ ਕਿਸੇ ਕੰਪਨੀ ਜਾਂ ਮੈਨੂਫੈਕਚਰਰ ਨੇ ਰਜਿਸਟਰ ਕਰਵਾ ਲਿਆ, ਦੂਸਰੀ ਕੰਪਨੀ ਉਸੇ ਟ੍ਰੇਡਮਾਰਕ ਤੇ ਉਸੇ ਟ੍ਰੇਡਮਾਰਕ ਨੂੰ ਦੁਬਾਰਾ ਇਸ਼ੂ ਨਹੀਂ ਕਰਵਾ ਸਕਦੀ। ਕਹਿਣ ਦਾ ਮਤਲਬ ਕਿ ਇੱਕ ਟ੍ਰੇਡਮਾਰਕ ਜਿਹੜਾ ਹੈ ਇੱਕ ਕੰਪਨੀ ਨੂੰ ਇਸ਼ੂ ਹੋਏਗਾ, ਦੂਸਰੀ ਕੰਪਨੀ ਨੂੰ ਉਹ ਸੇਮ ਟ੍ਰੇਡਮਾਰਕ ਜਿਹੜਾ ਉਹ ਯੂਜ਼ ਨਹੀਂ ਹੋ ਸਕਦਾ। ਜੇਕਰ ਕੋਈ ਦੂਸਰੀ ਕੰਪਨੀ ਉਸੇ ਟ੍ਰੇਡਮਾਰਕ ਨੂੰ ਯੂਜ਼ ਕਰਦੀ ਹੈ, ਇਹਦਾ ਮਤਲਬ ਕਿ ਉਹ ਫਿਰ ਉਸ ਲਾਅ ਨੂੰ ਵਾਇਲੇਟ ਕਰੇਗੀ, ਉਹਦੇ ਖਿਲਾਫ ਜਿਹੜਾ ਫਿਰ ਕਾਰਵਾਈ ਵੀ ਕੀਤੀ ਜਾਏਗੀ। ਇਸ ਕਰਕੇ ਟ੍ਰੇਡਮਾਰਕ ਜਿਹੜਾ ਇੱਕ ਇਹੋ ਜਿਹਾ ਸਿੰਬਲ ਹੈ ਜਾਂ ਲੇਬਲ ਆ ਜਿਹੜਾ ਕਿ ਸਿਰਫ ਇੱਕ ਹੀ ਕੰਪਨੀ ਨੂੰ ਇੱਕੋ ਟ੍ਰੇਡਮਾਰਕ ਦਿੱਤਾ ਜਾਏਗਾ, ਦੂਸਰੀ ਕੰਪਨੀ ਸੇਮ ਟ੍ਰੇਡਮਾਰਕ ਦੇ ਨਾਲ ਜਿਹੜਾ ਮਾਰਕੀਟ ਦੇ ਵਿੱਚ ਨਹੀਂ ਆ ਸਕਦੀ। ਚੌਥਾ ਇਹਦੇ ਵਿੱਚ ਲੀਗਲ ਇਸ਼ੂ ਅਸੀਂ ਪੜ੍ਹਨ ਜਾ ਰਹੇ ਹਾਂ ਕਾਪੀਰਾਈਟ ਇਸ਼ੂ। ਕਾਪੀਰਾਈਟ ਇਸ਼ੂ ਦਾ ਮਤਲਬ ਇਹ ਹੈ ਕਿ ਜਿਹੜੇ ਕਿ ਰਾਈਟਰਸ ਦਾ ਇੰਟਰਸਟ ਪ੍ਰੋਟੈਕਟ ਕਰਨ ਦੇ ਲਈ ਜਿਹੜਾ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਪ੍ਰਿੰਟਡ ਮੈਟਰ ਹੈ ਜਾਂ ਕੋਈ ਰਾਈਟਰ ਨੇ ਕੁਝ ਲਿਖਿਆ ਹੈ, ਉਹਨੂੰ ਕਾਪੀਰਾਈਟ ਕਰਨਾ ਤਾਂ ਕਿ ਉਹਦੀ ਉਹ ਇਨਫੋਰਮੇਸ਼ਨ ਜਿਹੜੀ ਆ ਉਹਦੇ ਨਾਂ ਦੇ ਉੱਪਰ ਰਜਿਸਟਰ ਹੋਵੇ, ਕੋਈ ਵੀ ਦੂਸਰਾ ਪਰਸਨ ਜਿਹੜਾ ਹੈ ਉਹਦੀ ਉਹ ਇਨਫੋਰਮੇਸ਼ਨ ਨੂੰ ਆਪਣਾ ਹੱਕ ਨਾ ਜਤਾ ਸਕੇ ਕਿ ਇਹ ਉਹਦੇ ਦੁਆਰਾ ਲਿਖਿਆ ਗਿਆ। ਜਾਂ ਇਸ ਕਰਕੇ ਕਾਪੀਰਾਈਟ ਲਾਅ ਜਿਹੜਾ ਇਹ ਵੀ ਬਹੁਤ ਇੰਪੋਰਟੈਂਟ ਹੈ, ਜਿਹਦੇ ਵਿੱਚ ਹਾਰਡਵੇਅਰ, ਸੌਫਟਵੇਅਰ ਤੇ ਸੋਰਸ ਕੋਡ ਦੇ ਨਾਲ ਰਿਲੇਟਡ ਹੋਏਗਾ ਇਹ ਕਿ ਕੋਈ ਵੀ ਇਨਫੋਰਮੇਸ਼ਨ ਜਿਹੜੀ ਆ ਉਹ ਜੇ ਕਿਸੇ ਨੇ ਪਰਸਨਲੀ ਲਿਖੀ ਹੈ ਤਾਂ ਉਹ ਉਹਦੇ ਨਾਂ ਤੇ ਹੀ ਕਾਪੀਰਾਈਟ ਕੀਤਾ ਜਾਵੇ, ਕੋਈ ਦੂਸਰਾ ਬੰਦਾ ਜਿਹੜਾ ਉਹਦੇ ਉੱਪਰ ਹੱਕ ਨਾ ਜਤਾ ਸਕੇ। ਫਿਫਥ ਇਸ਼ੂ ਪ੍ਰਾਈਵੇਸੀ। ਪ੍ਰਾਈਵੇਸੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ, ਚਾਹੇ ਉਹ ਆਪਣੀ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੇ ਨਾਲ ਰਿਲੇਟਡ ਹੋਵੇ, ਚਾਹੇ ਉਹ ਕੋਈ ਪਰਸਨਲ ਕਮਿਊਨੀਕੇਸ਼ਨ ਦੇ ਨਾਲ ਰਿਲੇਟਡ ਹੋਵੇ, ਮਤਲਬ ਇਹ ਬਹੁਤ ਜ਼ਰੂਰੀ ਆ। ਤੇ ਕਈ ਲੋਕ ਜਿਹੜੇ ਹੈਜ਼ੀਟੇਟ ਕਰਦੇ ਆ ਕਿ ਆਪਣੀ ਪਰਸਨਲ ਕਮਿਊਨੀਕੇਸ਼ਨ ਜਿਹੜੀ ਉਹ ਇਹ ਕਹਿ ਲਓ ਪਰਸਨਲ ਇਨਫੋਰਮੇਸ਼ਨ ਜਾਂ ਕਿਸੇ ਦੂਸਰੇ ਦੇ ਨਾਲ ਪਰਸਨਲ ਕਮਿਊਨੀਕੇਸ਼ਨ ਜਦੋਂ ਕਰਦੇ ਆ, ਉਹ ਇਸ ਕਰਕੇ ਜਿਹੜਾ ਉਹ ਕਈ ਵਾਰੀ ਈ ਕਾਮਰਸ ਦੇ ਉੱਪਰ ਵਿਸ਼ਵਾਸ ਨਹੀਂ ਕਰਦੇ। ਇਸ ਕਰਕੇ ਕਈ ਤਰ੍ਹਾਂ ਦੇ ਪ੍ਰਾਈਵੇਸੀ ਇਸ਼ੂਜ਼ ਨੇ ਕਿ ਡੇਟਾ ਨੂੰ, ਪ੍ਰਾਈਵੇਟ ਡੇਟਾ ਨੂੰ ਖਾਸ ਕਰਕੇ, ਕਿ ਕਈ ਅਨਆਥੋਰਾਈਜ਼ਡ ਪਰਸਨ ਜਿਹੜੇ ਆ ਉਸ ਪ੍ਰਾਈਵੇਟ ਡੇਟਾ ਨੂੰ ਵੀ ਯੂਜ਼ ਨਾ ਕਰ ਸਕੇ। ਇਸ ਕਰਕੇ ਇਹ ਵੀ ਇੱਕ ਲੀਗਲ ਇਸ਼ੂ ਹੋ ਸਕਦਾ। ਨੈਕਸਟ ਪੁਆਇੰਟ ਹੈ ਡੈਮੇਜ ਟੂ ਇਕਵਿਪਮੈਂਟਸ। ਈ ਕਾਮਰਸ ਕੰਪਨੀਆਂ ਦੇਖੋ ਡੇਟਾ ਤੇ ਇਨਫੋਰਮੇਸ਼ਨ ਦੇ ਉੱਪਰ ਡਿਪੈਂਡ ਕਰਦੀਆਂ। ਡੇਟਾ ਕਈ ਵਾਰੀ ਲੋਸਟ ਵੀ ਹੋ ਸਕਦਾ ਹੈ, ਚਾਹੇ ਉਹ ਪਾਵਰ ਕੱਟ ਦੇ ਥਰੂ ਹੋਵੇ ਜਾਂ ਫਿਜ਼ੀਕਲ ਡੈਮੇਜ ਹੋ ਜੇ, ਕੋਈ ਇਕਵਿਪਮੈਂਟ ਜਿਹੜਾ ਖਰਾਬ ਹੋ ਗਿਆ, ਕੋਈ ਨੁਕਸਾਨ ਹੋ ਗਿਆ, ਜਾਂ ਹੈਕਿੰਗ ਹੋ ਗਈ, ਜਾਂ ਕਰੈਕ ਹੋ ਗਿਆ, ਜਾਂ ਕਈ ਇਸ ਤਰੀਕੇ ਦੇ ਨਾਲ ਜੇ ਕੋਈ ਡੇਟਾ ਲੋਸਟ ਹੋ ਜਾਂਦਾ ਤੇ ਇਹ ਵੀ ਇੱਕ ਲੀਗਲ ਇਸ਼ੂ ਕ੍ਰੀਏਟ ਹੁੰਦਾ। 7th ਪੁਆਇੰਟ ਇਹਦੇ ਵਿੱਚ ਇਹ ਹੈ ਮਿਸਲੀਡਿੰਗ ਐਕਟੀਵਿਟੀਜ਼। ਵੀ ਇੰਟਰਨੈਟ ਤੇ ਕਈ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਗਲੋਬਲੀ ਅਵੇਲੇਬਲ ਹੈ, ਹਰ ਇੱਕ ਬੰਦਾ ਜਿਹੜਾ ਹਰ ਇੱਕ ਪਰਸਨ ਜਿਹੜਾ ਉਸ ਇਨਫੋਰਮੇਸ਼ਨ ਨੂੰ ਚੈੱਕ ਕਰ ਸਕਦਾ ਤੇ ਇੰਟਰਨੈਟ ਦੇ ਉੱਪਰ ਦਿੱਤੀ ਜਾ ਰਹੀ
कोई भी जानकारी जिहड़ी है, कोई भी इन्फॉर्मेशन जिहड़ी है रिलायबल नहीं मन्नी जाती ਜਦੋਂ तक कि तुसी उस पूरे ਉਹਦਾ पूरा सोर्स नहीं चैक कर लेंदे। इस करके इंटरनेट के उपर काफ़ी सारी इन्फॉर्मेशन इदां दी भी दित्ती जा रही है जिहड़ी कि पर्सनस नूं, लोकां नूं, पब्लिक नूं मिसलीड भी कर रही है, गलत तरीके दे नाल उहनूं प्रजेंट कर रही है, जिहदे विच की है कई वारी जिहड़ा परसन जिहड़ा कन्फ्यूज हो जाता है, चाहे वो इन्फॉर्मेशन जिहड़ी आ मनी लॉन्डरिंग दे नाल रिलेटेड होवे या नॉन शिफ्ट ऑफ गुड्स एंड सर्विसेज दे नाल रिलेटेड होवे, कई इशूज़ क्रिएट हो सकते हैं इस दे विच। नैक्सट है ट्रैडिशनल मोड। ट्रैडिशनल मोड का मतलब है कि कई ਇਹੋ ਜਿਹੇ लीगल काम ने, जिवें स्टांप ड्यूटी की गल की गई है, रजिस्ट्रेशन ऑफ डॉकूमेंट्स की गल की गई है, जिहड़े कि सानू ट्रैडिशनली ही करने पैंदे, ऑफिस दे विच जाके ही करने पैंदे पर्सनली। तो जेकर असी इलैक्ट्रॉनिकली इन्हां सारे कामों नूं करन दी कोशिश करिए तो ये काम जिहड़े इलैक्ट्रॉनिकली पॉसीबल नहीं हैगे। इस करके इन्हां दे विच थोड़ी बहुत मुश्किल जिहड़ी है वो आ रही है। नैक्सट पॉइंट है क्रॉस बॉर्डर इशूज़। IT एक्ट 2000 जिहड़ा है ਉਹਦੇ ਵਿੱਚ किते भी किसी ਇਹੋ ਜਿਹੇ इशू की गल नहीं की गई जिहड़ी कि इंटरनेशनल ट्रेड करन समय या आपां कोई किसी दूसरी कंट्री दे नाल कोई बिजनेस कर रहे हैं ਉਹਦੇ ਨਾਲ रिलेटेड कुछ ज़्यादा इन्फॉर्मेशन जिहड़ी है नहीं प्रोवाइड की गई, इस करके ये भी एक प्रॉब्लम है। 10वां पॉइंट ਇਹਦੇ ਵਿੱਚ है पोर्नोग्राफिक मटीरियल। पोर्नोग्राफिक मटीरियल जिहड़ा कई वैबसाइट के उपर जिहड़ा पाया जा रहा है ताकि यूथ नूं डिस्ट्रैक्ट किया जाए। कई ਇਹੋ ਜਿਹਾ मटीरियल है जिहड़ा पढ़ना, देखना या सुनना कई वैबसाइट के उपर जिहड़ा मौजूद है, जिहदे नाल कई तरह के फैमिली नूं कई बारी एम्बैरसमेंट जिहड़ा वो फेस करनी पैंदी है, या कई तरह के होर इशूज़ क्रिएट हो जाते हैं, या अपना यूथ जिहड़ा वो डिस्ट्रैक्ट हो जाता है। इस करके ये भी एक प्रॉब्लम है।